ਸਤਿ ਸ਼੍ਰੀ ਅਕਾਲ ਦੋਸਤੋ। ਜਿੱਦਾਂ ਕਿ ਆਪਾਂ ਪਿਛਲੇ ਸੈਸ਼ਨਸ ਦੇ ਵਿੱਚ ਜਾਣ ਰਹੇ ਹਾਂ ਕਿ ਪਿਛਲਾ ਸੈਸ਼ਨ ਆਪਾਂ ਇੱਕ ਪੋਜ਼ੀਟਿਵ ਥਿੰਕਿੰਗ ਦੇ ਉੱਪਰ ਕੀਤਾ ਸੀ, ਬਟ ਅੱਜ ਦੀ ਜਿਹੜੀ ਮੇਰੀ ਇੱਕ ਕਹਾਣੀ ਹੈ ਇਹ ਮੇਰੇ ਇੱਕ ਬਹੁਤ ਹੀ ਕਰੀਬੀ ਦੋਸਤ ਸਰਦਾਰ ਅਰਮਿੰਦਰ ਸਿੰਘ ਨੇ ਮੇਰੇ ਨਾਲ ਸਾਂਝੀ ਕੀਤੀ ਸੀ। ਅਤੇ ਉਸ ਕਹਾਣੀ ਤੋਂ ਜੋ ਨਿਕਲ ਕੇ ਸਾਹਮਣੇ ਆਇਆ, ਉਸ ਚੀਜ਼ ਨੂੰ ਸੋਚਦੇ ਹੋਏ, ਉਸ ਚੀਜ਼ ਨੂੰ ਸਮਝਦੇ ਹੋਏ ਮੈਨੂੰ ਲੱਗਿਆ ਕਿ ਇਹ ਕਹਾਣੀ, ਇਹ ਨੁਕਤਾ ਆਪ ਸਭ ਜੀ ਦੇ ਨਾਲ ਸਾਂਝਾ ਕਰਨਾ ਬੜਾ ਜ਼ਰੂਰੀ ਹੈ। ਦੋਸਤੋ, ਇਹ ਕਹਾਣੀ ਅਸਲ ਜ਼ਿੰਦਗੀ ਅਤੇ ਅਸਲੀਅਤ ਦੇ ਨਾਲ ਤਾਲੁਕਾਤ ਰੱਖਦੀ ਹੈ। ਇਹ ਕਹਾਣੀ ਦਾ ਨਾਮ ਹੈ ਕਿ ਰਾਜੇ ਵੀ ਕਿਸੇ ਦੇ ਗੁਲਾਮ ਹੁੰਦੇ ਹਨ। ਰਾਜੇ ਵੀ ਕਿਸੇ ਦੇ ਗੁਲਾਮ ਹੁੰਦੇ ਹਨ। ਇਹ ਕਹਾਣੀ ਹੈ, ਇੱਕ ਰਾਜਾ ਸੀ ਜਿਹਦਾ ਨਾਮ ਸੀ ਅਲੈਗਜ਼ੈਂਡਰ। 326 BC ਦੇ ਵਿੱਚ ਉਸਨੇ ਭਾਰਤ ਦੇ ਹਿੱਸੇ ਦੇ ਉੱਤੇ ਹਮਲਾ ਕੀਤਾ। ਆਪ ਸਭ ਜਾਣਦੇ ਹੋ ਕਿ ਕਿੰਗ ਪੋਰਸ ਦੇ ਨਾਲ ਉਹਦੀ ਲੜਾਈ ਹੋਈ, ਜਿਸ ਵਿੱਚ ਉਹ ਜਿੱਤ ਗਿਆ ਸੀ। ਉਹ ਅਲੈਗਜ਼ੈਂਡਰ ਦੀ ਇੱਕ ਖਾਸੀਅਤ ਸੀ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਇੰਡੀਆ ਦੇ ਕਲਚਰ ਤੋਂ, ਉੱਥੋਂ ਦੀ ਵਿਜ਼ਡਮ ਤੋਂ, ਉੱਥੋਂ ਦੇ ਜਿਹੜੀ ਭਗਤੀ ਕਰਨ ਦੀ, ਲੋਕਾਂ ਦੀ ਸਾਧਨਾ ਦੀ, ਇਹਨਾਂ ਚੀਜ਼ਾਂ ਤੋਂ ਬਹੁਤ ਪ੍ਰਭਾਵਿਤ ਸੀ। ਉਹ ਸੰਤਾਂ ਤੋਂ ਬਹੁਤ ਪ੍ਰਭਾਵਿਤ ਸੀ। ਤਾਂ ਇਸੇ ਚੀਜ਼ ਦੀ ਤਲਾਸ਼ ਦੇ ਵਿੱਚ ਜਦੋਂ ਉਹ ਇੱਕ ਦਿਨ ਉਹਨੇ ਇਹ ਸੋਚਿਆ ਕਿ ਕਿਉਂ ਨਾ ਮੈਂ ਇਸ ਦੇਸ਼ ਦੇ ਵਿੱਚੋਂ ਜਾਣ ਤੋਂ ਪਹਿਲਾਂ ਕਿਸੇ ਇੱਕ ਰਿਸ਼ੀ ਨੂੰ ਜਾਂ ਕਿਸੇ ਸੰਤ ਨੂੰ ਆਪਣੇ ਨਾਲ ਆਪਣੇ ਦੇਸ਼ ਵਾਪਸ ਲੈ ਕੇ ਜਾਵਾਂ। ਇਸੇ ਖੋਜ ਦੇ ਤਹਿਤ ਉਹ ਇੱਕ ਜੰਗਲ ਵੱਲ ਚੱਲ ਪਿਆ। ਜੰਗਲ ਵਿੱਚ ਕੁਝ ਦੂਰੀ 'ਤੇ ਹੀ ਗਿਆ ਸੀ ਕਿ ਉਹਨੂੰ ਇੱਕ ਵ੍ਰਿਕਸ਼ ਦੇ ਥੱਲੇ ਇੱਕ ਸਾਧੂ ਧਰਮਾਤਮਾ ਬੈਠੇ ਸਨ। ਉਹ ਆਪਣੀ ਭਗਤੀ 'ਚ ਵਿਲੀਨ ਸਨ। ਉਹ ਉਸ ਧਰਮਾਤਮਾ ਦੇ ਕੋਲ ਜਾ ਕੇ ਬੈਠ ਗਿਆ। ਉਹਨੂੰ ਲੱਗਿਆ ਕਿ ਜਦੋਂ ਇਹ ਆਪਣੀ ਅੱਖ ਖੋਲ੍ਹਣਗੇ, ਮੈਂ ਉਸ ਟਾਈਮ ਇਹਨਾਂ ਦੇ ਨਾਲ ਗੱਲ ਕਰਾਂਗਾ। ਉਹੀ ਹੋਇਆ। ਉਹ ਸੰਤ ਨੇ ਆਪਣੀ ਜਦੋਂ ਅੱਖਾਂ ਖੋਲ੍ਹੀਆਂ, ਆਪਣੀ ਭਗਤੀ 'ਚੋਂ ਬਾਹਰ ਆਏ, ਤਾਂ ਅਲੈਗਜ਼ੈਂਡਰ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਰਿਸ਼ੀ ਜੀ, ਵੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਮੇਰੇ ਨਾਲ ਮੇਰੇ ਦੇਸ਼ ਚੱਲੋ। ਮੈਂ ਚਾਹੁੰਦਾ ਕਿ ਮੈਂ ਆਪਣੇ ਦੇਸ਼ ਜਾ ਕੇ ਇੱਥੋਂ ਦੀ ਜਿਹੜੀ ਸੱਭਿਅਤਾ, ਸੰਸਕ੍ਰਿਤੀ ਹੈ, ਜਾਂ ਜਿਹੜੀ ਇਹ ਤੁਹਾਡੀ ਸਾਧਨਾ ਹੈ, ਮੈਂ ਆਪਣੇ ਦੇਸ਼ ਵਿੱਚ ਲੋਕਾਂ ਨੂੰ ਦਿਖਾਉਣਾ ਚਾਹੁੰਦਾ। ਤਾਂ ਤੁਸੀਂ ਇਸ ਤੌਰ 'ਤੇ ਮੇਰੇ ਨਾਲ ਮੇਰੇ ਦੇਸ਼ ਵਿੱਚ ਚੱਲੋ। ਤਾਂ ਸੰਤ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ। ਅਲੈਗਜ਼ੈਂਡਰ ਨੂੰ ਇਹ ਗੱਲ ਸੁਣ ਕੇ ਬੜਾ ਹੀ ਗੁੱਸਾ ਆਇਆ, ਕਿਉਂਕਿ ਉਹ ਇੱਕ ਰਾਜਾ ਸੀ। ਬਹੁਤ ਹੀ ਦੇਸ਼ਾਂ ਨੂੰ, ਰਾਜਾਂ ਨੂੰ, ਸ਼ਹਿਰਾਂ ਨੂੰ, ਬਸਤੀਆਂ ਨੂੰ ਜਿੱਤਦਾ ਉਹ ਉੱਥੇ ਪਹੁੰਚਿਆ ਸੀ। ਇਹ ਗੱਲ ਉਹਦੇ ਮਾਨ ਨੂੰ ਹਿੱਟ ਕਰ ਗਈ। ਇਸ ਚੀਜ਼ ਦੇ ਨਾਲ ਉਹਨੂੰ ਬੜਾ ਦੁੱਖ ਹੋਇਆ। ਉਸ ਚੀਜ਼ ਨੇ ਉਹਨੇ ਬੜੇ ਗੁੱਸੇ ਦੇ ਵਿੱਚ, ਬੜੀ ਤੈਸ਼ ਦੇ ਵਿੱਚ ਆ ਕੇ ਕਿਹਾ ਕਿ ਤੁਹਾਨੂੰ ਪਤਾ ਮੈਂ ਕੌਣ ਹਾਂ? ਤੁਸੀਂ ਜਾਣਦੇ ਹੋ ਮੈਨੂੰ? ਮੈਂ ਇੱਕ ਰਾਜਾ, ਮੈਂ ਅਲੈਗਜ਼ੈਂਡਰ ਹਾਂ। ਮੈਂ ਦੁਨੀਆ ਜਿੱਤ ਰਿਹਾ, ਮੈਂ ਦੁਨੀਆ ਜਿੱਤੀ ਹੋਈ ਹੈ। ਅਤੇ ਤੁਸੀਂ ਇੱਕ ਰਾਜੇ ਨੂੰ, ਇੱਕ ਉਸ ਸ਼ਖਸ ਨੂੰ ਮਨਾ ਕਰ ਰਹੇ ਹੋ ਜਿਹੜੇ ਬੰਦੇ ਮੈਂ ਚਾਹਵਾਂ ਤਾਂ ਤੁਹਾਨੂੰ ਹੁਣੇ ਖ਼ਤਮ ਕਰਾ ਸਕਦਾ, ਮੈਂ ਚਾਹਵਾਂ ਤਾਂ ਹੁਣੇ ਤੁਹਾਡੇ ਸਰੀਰ ਦੇ ਟੋਟੇ ਟੋਟੇ ਕਰਾ ਸਕਦਾ। ਤਾਂ ਉਸ ਰਿਸ਼ੀ ਨੇ ਕਿਹਾ ਕਿ ਠੀਕ ਹੈ, ਤੂੰ ਮੇਰੇ ਸਰੀਰ ਦੇ ਟੋਟੇ ਟੋਟੇ ਕਰਾ ਸਕਦਾ, ਕਰਾ ਦੇ। ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੇਰਾ ਸਰੀਰ ਵੈਸੇ ਵੀ ਇੱਥੇ ਹੀ ਰਹਿ ਜਾਣਾ ਅਤੇ ਮੈਂ ਤਾਂ ਕਦੇ ਮਰਨਾ ਹੀ ਨਹੀਂ, ਮੇਰੀ ਆਤਮਾ ਕਦੇ ਮਰੇਗੀ ਨਹੀਂ। ਇਹ ਸੁਣ ਕੇ ਅਲੈਗਜ਼ੈਂਡਰ ਹੋਰ ਅੱਗ ਬਬੂਲਾ ਹੋ ਗਿਆ, ਕਿਉਂਕਿ ਉਹਨੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਸਿਰਫ ਔਰ ਸਿਰਫ ਲੋਕਾਂ ਨੂੰ ਡਰਾ ਕੇ ਜਾਂ ਲੜਾਈ ਮਾਰ ਕਾਟ ਕਰਕੇ ਹੀ ਲੋਕਾਂ ਨੂੰ ਆਪਣੇ ਥੱਲੇ ਲਾਇਆ ਸੀ। ਇਸ ਚੀਜ਼ ਦੇ ਨਾਲ ਉਹਦਾ ਗੁੱਸਾ ਹੋਰ ਪ੍ਰਬਲ ਹੋ ਗਿਆ। ਉਹ ਜਦੋਂ ਗੁੱਸੇ 'ਚ ਇੰਨਾ ਪ੍ਰਬਲ ਹੋ ਗਿਆ, ਇੰਨਾ ਮਤਲਬ ਆਪਣੇ ਗੁੱਸੇ 'ਚੋਂ ਆਪੇ 'ਚੋਂ ਬਾਹਰ ਹੋ ਗਿਆ, ਤਾਂ ਉਹਨੇ ਕਿਹਾ ਵੀ ਤੁਸੀਂ ਦੱਸੋ ਵੀ ਤੁਸੀਂ ਕਿਉਂ ਨਹੀਂ ਮੇਰੇ ਨਾਲ ਜਾਣਾ ਚਾਹੁੰਦੇ? ਉਹ ਕਹਿੰਦਾ, ਰਾਜਨ, ਤੂੰ ਆਪਣੇ ਆਪ ਨੂੰ ਰਾਜਾ ਕਹਿੰਦਾ ਹੈ, ਪਰ ਮੇਰੇ ਮੁਤਾਬਕ ਤੂੰ ਮੇਰੇ ਗੁਲਾਮ ਦਾ ਵੀ ਗੁਲਾਮ ਹੈ। ਇਹ ਗੱਲ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ ਵੀ ਮੈਂ ਇੱਕ ਰਾਜਾ ਅਤੇ ਇੱਕ ਇੱਦਾਂ ਦੇ ਸੰਤ ਦੇ ਕੋਈ ਗੁਲਾਮ ਹੈ ਅਤੇ ਮੈਂ ਉਹਦਾ ਗੁਲਾਮ ਹਾਂ। ਤਾਂ ਸੰਤ ਨੇ, ਉਹਨੇ ਬੜੀ ਹੈਰਾਨੀ ਨਾਲ ਪੁੱਛਿਆ ਵੀ ਸੰਤ ਜੀ, ਤੁਸੀਂ ਦੱਸੋ ਵੀ ਇਹ ਤੁਹਾਡਾ ਕਿਹੜਾ ਗੁਲਾਮ ਹੈ ਜਿਹਦਾ ਮੈਂ ਗੁਲਾਮ ਹਾਂ? ਇਹ ਤਾਂ ਪੋਸੀਬਿਲਿਟੀ ਨਹੀਂ ਹੈ। ਮੈਂ ਤਾਂ ਇਹ ਸਾਰਾ ਦੇਸ਼ ਜਿੱਤਿਆ ਹੋਇਆ, ਇੱਥੇ ਤਾਂ ਕੋਈ ਹੈ ਹੀ ਨਹੀਂ ਜਿਹਦਾ ਗੁਲਾਮ ਮੈਂ ਹੋਵਾਂ। ਮੈਂ ਤਾਂ ਰਾਜਾ ਇਸ ਜਗ੍ਹਾ 'ਤੇ। ਇਹ ਚੀਜ਼ ਨੂੰ ਸੁਣਦਾ ਹੋਇਆ ਤਾਂ ਸੰਤ ਨੇ ਬੜੇ ਹੱਸ ਕੇ ਉੱਤਰ ਦਿੱਤਾ
ਕਹਿੰਦਾ ਰਾਜਨ, ਮੈਂ ਆਪਣੇ ਗੁੱਸੇ 'ਤੇ ਕਾਬੂ ਕਰਕੇ ਉਹਨੂੰ ਆਪਣਾ ਗੁਲਾਮ ਬਣਾਇਆ ਹੋਇਆ ਅਤੇ ਤੂੰ ਉਸੇ ਗੁੱਸੇ ਦਾ ਗੁਲਾਮ ਹੈ। 1 ਮਿੰਟ ਨਹੀਂ ਲੱਗਾ ਮੈਨੂੰ ਤੈਨੂੰ ਉਹਦਾ ਗੁਲਾਮ ਬਣਾਉਂਦੇ ਹੋਏ, ਅਤੇ ਤੂੰ ਆਪਣੇ ਗੁੱਸੇ ਦੇ ਵਿੱਚ ਆਪਣਾ ਆਪ ਗਵਾ ਲਿਆ, ਅਤੇ ਮੈਂ ਤੇਰੇ ਮਗਰ ਜਾਵਾਂ ਜਿਹੜਾ ਆਪਣੇ ਗੁੱਸੇ 'ਤੇ ਕਾਬੂ ਨਹੀਂ ਪਾ ਸਕਦਾ। ਅਤੇ ਗੁੱਸਾ ਜੋ ਕਿ ਮੈਨੂੰ ਨਹੀਂ ਆਉਂਦਾ, ਜਿਹਦੇ 'ਤੇ ਮੈਂ ਕਾਬੂ ਪਾਇਆ ਹੋਇਆ, ਜਿਹੜਾ ਕਿ ਗੁੱਸਾ ਮੇਰਾ ਗੁਲਾਮ ਹੈ, ਅਤੇ ਮੈਂ ਇੱਕ ਗੁਲਾਮ ਦੇ ਨਾਲ ਜਾਵਾਂ ਉਹਦੇ ਕਹਿਣ 'ਤੇ। ਇਹ ਤਾਂ ਸੰਭਵ ਹੀ ਨਹੀਂ ਹੈ। ਇਹ ਗੱਲ ਸੁਣਨ ਦੇ ਵਿੱਚ ਬੜੀ ਛੋਟੀ ਲੱਗਦੀ ਹੈ, ਪਰ ਤੁਹਾਨੂੰ ਸ਼ਾਇਦ ਇਹ ਨਹੀਂ ਲੱਗਦਾ ਕਿ ਉਸ ਅਲੈਗਜ਼ੈਂਡਰ ਦੀ ਤਰ੍ਹਾਂ ਆਪਾਂ ਸਾਰੇ ਵੀ ਇਸ ਗੁੱਸੇ ਦੇ ਗੁਲਾਮ ਹਾਂ, ਜਿਹੜਾ ਜਦੋਂ ਵੀ ਉਹਦਾ ਦਿਲ ਕਰਦਾ ਉਹ ਸਾਡੇ 'ਤੇ ਹਾਵੀ ਹੋ ਜਾਂਦਾ। ਅਤੇ ਇਸ ਗੁੱਸੇ ਕਰਕੇ ਟੈਨਸ਼ਨ, ਪਰੇਸ਼ਾਨੀਆਂ, ਜੈਲਸੀ, ਹੋਰ ਵੀ ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਅਸੀਂ ਗੁਲਾਮ ਹਾਂ, ਸਾਰਾ ਦਿਨ ਗੁਲਾਮ ਰਹਿੰਦੇ ਹਾਂ। ਅਤੇ ਇਹ ਗੁਲਾਮੀ ਕਿੰਨੀ ਦੇਰ ਚੱਲੇਗੀ? ਤੁਸੀਂ ਕਿੰਨੀ ਦੇਰ ਹੋਰ ਗੁਲਾਮ ਰਹਿਣਾ ਚਾਹੁੰਦੇ ਹੋ ਇਹਨਾਂ ਚੀਜ਼ਾਂ ਦੇ? ਦੇਸ਼ ਆਜ਼ਾਦ ਹੋ ਗਿਆ, ਪਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਦੇ ਹਜੇ ਇਹਨਾਂ ਚੀਜ਼ਾਂ ਤੋਂ ਆਜ਼ਾਦ ਹੋ ਪਾਏ। ਤਾਂ ਇਸੇ ਚੀਜ਼ ਦੇ ਉੱਪਰ ਮੇਰਾ ਅਗਲਾ ਸੈਸ਼ਨ, ਦੈਟ ਇਜ਼ ਕੋਗਨੀਟਿਵ ਪ੍ਰੋਸੈਸ ਇਨ ਐਂਗਰ ਐਂਡ ਐਂਜ਼ਾਈਟੀ ਦੇ ਨਾਮ ਦੇ ਉੱਤੇ ਡਾਕਟਰ ਅਰੁਣ ਕੇ ਸ਼ੁਕਲਾ ਜੀ ਦੇ ਨਾਲ ਅਗਲੇ ਕੁਝ ਦਿਨਾਂ ਦੇ ਵਿੱਚ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਹਾਂ, ਅਤੇ ਅਸੀਂ 30 ਤਰੀਕ ਨੂੰ ਉਹਨੂੰ ਲਾਈਵ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਇਸੇ ਚੀਜ਼ ਦੇ ਉੱਪਰ ਵਿਚਾਰ ਕਰਾਂਗੇ ਕਿ ਜਿਹੜਾ ਗੁੱਸਾ ਅਤੇ ਸਟ੍ਰੈਸ ਹੈ ਉਹ ਤੁਹਾਡੇ ਜੀਵਨ ਉੱਪਰ ਕਿਵੇਂ ਅਸਰ ਪਾਉਂਦਾ ਹੈ, ਉਹ ਤੁਹਾਡੇ ਮਾਈਂਡ ਦੀ ਕਿਹੜੀਆਂ ਕੈਪੇਬਿਲਿਟੀਜ਼ ਨੂੰ ਹਿਲਾਉਂਦਾ ਹੈ, ਅਤੇ ਤੁਹਾਡੇ ਸੋਚਣ ਦੀ, ਸਮਝਣ ਦੀ, ਪਰਖਣ ਦੀ ਕਿਹੜੀਆਂ ਸ਼ਕਤੀਆਂ ਨੂੰ ਘਟਾ ਦਿੰਦਾ ਹੈ। ਤਾਂ ਜ਼ਰੂਰ ਜਾਣਿਓ, ਇਹ ਵਿਚਾਰਿਓ ਅਤੇ ਸੋਚਿਓ ਕਿ ਇਹ ਗੁਲਾਮੀ ਤੁਸੀਂ ਕਿੰਨੀ ਦੇਰ ਹੋਰ ਕਰਨੀ ਹੈ, ਜਿਹੜੀ ਕਿ ਉਹ ਅਲੈਗਜ਼ੈਂਡਰ ਕਰਦਾ ਸੀ। ਧੰਨਵਾਦ।